ਦਰਸ਼ਕਾਂ ਨੂੰ ਦੱਸੋ ਵੀ ਆਖਰ ਹਰਨੇਕ ਰੰਧਾਵਾ ਕੌਣ ਹੈ, ਤੁਹਾਡਾ ਪਿਛੋਕੜ ਕਿੱਥੋਂ ਦਾ ਹੈ, ਤੁਹਾਡਾ ਬਚਪਨ ਆਪਾਂ ਅੱਜ ਤਾਜ਼ਾ ਕਰਨੀਆਂ, ਉਹਨਾਂ ਯਾਦਾਂ ਵਾਦੇ ਝਰੋਕੇ ਵੱਲ ਵਾਪਸ ਜਾਣਾ ਜਿਹੜੀਆਂ ਤੁਸੀਂ ਪਿਛਲੇ ਸਮੇਂ 'ਚ ਪੰਜਾਬ 'ਚ ਇਸ ਧਰਤੀ ਦੇ ਉੱਪਰ ਹੰਡਾਈਆਂ। ਸੋ 1947 ਤੋਂ ਲੈ ਕੇ 1984 ਤੱਕ ਜੋ ਪਰਿਵਾਰ ਹੈ ਉਹ ਨਾਰਨੌਲ ਸ਼ਹਿਰ ਦੇ ਵਿੱਚ ਰਿਹਾ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਜੀ। ਉਹਦੇ ਕਰਕੇ ਉੱਥੇ ਦੰਗੇ ਭੜਕੇ, ਔਰ ਦੰਗੇ ਮਤਲਬ ਚੰਗਾ ਜਿਹਨੂੰ ਕਹਿ ਸਕਦੇ ਹਾਂ ਕਿ ਰੁਦਰ ਰੂਪ ਉਸ ਦੰਗਿਆਂ ਨੇ ਲੈ ਲਿਆ। ਪੂਰੇ ਸ਼ਹਿਰ ਦੇ ਵਿੱਚ ਕਰਫਿਊ ਦੇ ਹਾਲਾਤ ਸੀਗੇ ਔਰ ਵੱਢ ਟੁੱਕ ਜਿਹੜੀ ਹੈ ਉਹ ਚੱਲਦੀ ਸੀ। ਜਿਨ੍ਹਾਂ ਨੇ ਇਹ ਕੰਮ ਕੀਤਾ ਗਲਤੀ ਉਹਨਾਂ ਦੀ ਹੀ ਹੈ, ਜਿਨ੍ਹਾਂ ਨੇ ਕਤਲ ਕੀਤਾ ਇੱਕ ਮੁੰਡੇ ਦਾ। ਮੰਮੀ ਨੇ ਜੋ ਜੋੜਾ ਸੀਗਾ, ਜੋੜੇ ਦੀਆਂ ਗੁੱਤਾਂ ਕਰਕੇ ਤੇ ਫਰੋਕ ਪਾ ਕੇ ਤੇ ਇੱਕ ਕੁੜੀ ਦੇ ਰੂਪ ਦੇ ਵਿੱਚ ਉੱਥੋਂ ਕੱਢਿਆ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਤੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਦੇ ਉਹ ਪਲ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਤੇ ਉਹ ਸ਼ਖਸ ਵੀ ਐਸੇ ਨੇ ਜਿਨ੍ਹਾਂ ਵੱਲੋਂ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀ ਕਿਸੇ ਮੁਸੀਬਤ ਦੇ ਵਿੱਚ ਆਉਂਦਾ ਹੈ ਤਾਂ ਉਹਨੂੰ ਰੈਸਕਿਊ ਕਰਕੇ ਉਹਨਾਂ ਨੂੰ ਪੰਜਾਬ ਭੇਜਿਆ ਜਾਂਦਾ, ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਮਾਵਾਂ ਨੂੰ ਉਹਨਾਂ ਦੇ ਪੁੱਤ ਮਿਲਾ ਚੁੱਕੇ ਨੇ, ਬਹੁਤ ਸਾਰੀਆਂ ਧੀਆਂ ਵਾਪਸ ਪੰਜਾਬ ਉਹਨਾਂ ਦੇ ਮਾਪਿਆਂ ਕੋਲ ਭੇਜ ਚੁੱਕੇ ਨੇ, ਤੇ ਹੋਰ ਵੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਪੁੱਤ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ, ਜ਼ਿੰਦਗੀ ਦੀ ਜੰਗ ਜਿਹੜੀ ਹਾਰ ਜਾਂਦੇ ਹੈ, ਉਹਨਾਂ ਦੀਆਂ ਡੈੱਡ ਬੋਡੀਜ਼ ਨੂੰ ਉਹਨਾਂ ਦੇ ਪਰਿਵਾਰਾਂ ਕੋਲ ਵਾਪਸ ਪੰਜਾਬ ਭੇਜ ਚੁੱਕੇ ਨੇ। ਸੋ ਮੇਰੀ ਮੁਰਾਦ ਹੈ ਸ੍ਰੀ ਹਰਨੇਕ ਰੰਧਾਵਾ ਜੀ, ਉਹਨਾਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਹਾਂ। ਰੰਧਾਵਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਜੀ ਆਪ ਜੀ ਦਾ ਗੁਰਇਕਬਾਲ ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਪਰਮਾਤਮਾ ਸਦਾ ਚੜ੍ਹਦੀ ਕਲਾ। ਦੇਖੋ ਅਸੀਂ ਤੁਹਾਨੂੰ ਫੜ ਹੀ ਲਿਆ। ਦੇਖੋ ਆਪਾਂ ਪਹਿਲਾਂ ਆਨਲਾਈਨ ਇੰਟਰਵਿਊਜ਼ ਕੀਤੀਆਂ, ਆਨਲਾਈਨ ਕਾਫੀ ਕੇਸਿਸ ਤੇ ਚਰਚਾਵਾਂ ਕੀਤੀਆਂ, ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਤੁਹਾਡੇ ਨਾਲ ਫੇਸ ਟੂ ਫੇਸ ਬਹਿ ਕੇ ਸਾਰੀ ਗੱਲਬਾਤ ਕਰ ਰਹੇ ਹਾਂ। ਬਹੁਤ ਧੰਨਵਾਦ ਹੈ ਜੀ। ਕੈਨੇਡਾ ਤੋਂ ਅਕਸਰ ਆਪ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ, ਲੇਕਿਨ ਅੱਜ ਇੰਡੀਆ ਫੇਰੀ ਤੇ ਮੈਂ ਆਇਆ ਹੋਇਆ, ਸੋ ਅੱਜ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ। ਆਪ ਜੀ ਦਾ ਤੇ ਇੰਡੋ ਟੀਵੀ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਪਹਿਲਾਂ ਮੈਂ ਰੰਧਾਵਾ ਸਾਹਿਬ ਇੰਟਰੋਡਕਸ਼ਨ ਦੇ ਵਿੱਚ ਦੱਸ ਹੀ ਚੁੱਕੇ ਹਾਂ ਕਿ ਦਰਸ਼ਕਾਂ ਨੂੰ ਦੱਸੋ ਵੀ ਆਖਰ ਹਰਨੇਕ ਰੰਧਾਵਾ ਕੌਣ ਹੈ, ਤੁਹਾਡਾ ਪਿਛੋਕੜ ਕਿੱਥੋਂ ਦਾ ਹੈ, ਤੁਹਾਡਾ ਬਚਪਨ ਕਿੱਥੇ ਬੀਤਿਆ, ਕਿੱਥੇ ਤੁਸੀਂ ਪੜ੍ਹੇ ਲਿਖੇ, ਜ਼ਿੰਦਗੀ ਦੀਆਂ ਉਹ ਯਾਦਾਂ ਆਪਾਂ ਅੱਜ ਤਾਜ਼ਾ ਕਰਨੀਆਂ, ਉਹਨਾਂ ਯਾਦਾਂ ਵਾਦੇ ਝਰੋਕੇ ਵੱਲ ਵਾਪਸ ਜਾਣਾ ਜਿਹੜੀਆਂ ਤੁਸੀਂ ਪਿਛਲੇ ਸਮੇਂ 'ਚ ਪੰਜਾਬ 'ਚ ਇਸ ਧਰਤੀ ਦੇ ਉੱਪਰ ਹੰਡਾਈਆਂ। ਜੀ ਗੁਰਇਕਬਾਲ ਜੀ, ਮੇਰਾ ਜਨਮ ਜੋ ਹੈ ਉਹ ਹਰਿਆਣਾ ਦਾ ਜਿਹੜਾ ਲਾਸਟ ਡਿਸਟ੍ਰਿਕਟ ਹੈ ਮਹਿੰਦਰਗੜ੍ਹ ਜੀ। ਜਦੋਂ ਆਪਾਂ ਇਸ ਤਰਫ ਤੋਂ ਪੰਜਾਬ ਵੱਲ ਤੋਂ ਜਾਂਦੇ ਹਾਂ ਤਾਂ ਪਹਿਲਾ ਡਿਸਟ੍ਰਿਕਟ ਅੰਬਾਲਾ ਕੈਂਟ ਆਉਂਦਾ ਜੀ, ਲੇਕਿਨ ਸਾਊਥ ਵੱਲ ਜਿੱਥੇ ਪੰਜਾਬ ਮੁੱਕ ਜਾਂਦਾ, ਹਰਿਆਣਾ ਮੁੱਕ ਜਾਂਦਾ ਹੈ, ਉਹ ਹੈਗਾ ਡਿਸਟ੍ਰਿਕਟ ਮਹਿੰਦਰਗੜ੍ਹ ਜੀ। ਸੋ ਮਹਿੰਦਰਗੜ੍ਹ ਦੀ ਤਹਿਸੀਲ ਹੈ ਨਾਰਨੌਲ ਜੀ। ਜਦੋਂ 1947 ਤੋਂ ਜਦੋਂ ਪਾਰਟੀਸ਼ਨ ਹੋਇਆ ਜੀ, ਸੋ ਜੋ ਉਧਰੋਂ ਲੋਕ ਹਿਜਰਤ ਕਰਕੇ ਆਏ ਉਹ 2-3 ਜਗ੍ਹਾ ਤੇ ਜ਼ਿਆਦਾਤਰ ਆਏ ਸੀਗੇ ਜੀ। ਸੋ ਮੈਂ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਜੀ। ਸੋ ਜਿਹੜੀ ਸਾਡੀ ਕਮਿਊਨਿਟੀ ਸੀ ਉਹ ਪਾਕਿਸਤਾਨ ਦੇ ਗੁਜਰਾਤ ਦਾ ਸ਼ਹਿਰ ਪੈਂਦਾ ਭਿੰਬਰ ਜੀ। ਭਿੰਬਰ ਤੋਂ ਅਸੀਂ, ਸਾਡਾ ਪਿੰਡ ਹੈ ਮੀਰੀ ਕੁੱਲੀਆਂ, ਸੋ ਉੱਥੋਂ ਮੇਰਾ ਪਰਿਵਾਰ, ਮੇਰੇ ਦਾਦਾ ਜੀ ਆਏ ਸੀ ਹਿਜਰਤ ਕਰਕੇ ਜੀ। ਲੇਕਿਨ ਉਸ ਟਾਈਮ 1947 ਜਦੋਂ ਪਾਰਟੀਸ਼ਨ ਹੋਇਆ ਤੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਰੁਕੇ ਸੀਗੇ ਜੰਮੂ ਜੀ। ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਜੱਥਾ ਸੀਗਾ ਉਹ ਰੁਕਿਆ ਸੀਗਾ ਅੰਬਾਲਾ ਕੈਂਟ, ਜਿੱਥੇ ਅੱਜ ਆਪਾਂ ਬੈਠੇ ਹਾਂ। ਅੱਜ ਜਿੱਥੇ ਆਪਾਂ ਬੈਠੇ ਹਾਂ ਇਹਦੇ ਆਲਮੋਸਟ 30 ਜਾਂ 40 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹ 28-29 ਪਿੰਡ ਨੇ ਜਿਹੜੇ ਪਾਕਿਸਤਾਨ ਦੇ ਇੱਕ ਡਿਸਟ੍ਰਿਕਟ ਤੋਂ ਹਿਜਰਤ ਕਰਕੇ ਆਏ ਨੇ ਜੀ। ਉਸ ਤੋਂ ਬਾਅਦ ਜਿਹੜਾ ਤੀਸਰਾ ਜੱਥਾ ਕਹਿ ਸਕਦੇ ਹੋ ਉਹ ਜਿਹੜਾ ਲਾਸਟ ਡਿਸਟ੍ਰਿਕਟ ਹੈ ਹਰਿਆਣੇ ਦਾ ਮਹਿੰਦਰਗੜ੍ਹ ਡਿਸਟ੍ਰਿਕਟ, ਉੱਥੇ ਇੱਕ ਸ਼ਹਿਰ ਹੈ ਨਾਰਨੌਲ ਜੀ, ਜੋ ਕਿ ਬੇਸਿਕਲੀ ਮੁਗਲਾਂ ਦਾ ਸ਼ਹਿਰ ਹੈ ਔਰ ਪੂਰਾ ਮੁਗਲ ਟ੍ਰੈਡੀਸ਼ਨ ਦੇ ਹਿਸਾਬ ਨਾਲ ਪੁਰਾਣੇ ਹਿਸਾਬ ਦਾ ਬਣਿਆ, ਔਰ ਆਲਮੋਸਟ 1500-1600 ਈਸਵੀ ਦਾ ਉਹ ਸ਼ਹਿਰ ਹੈ, ਕਾਫੀ ਪੁਰਾਣਾ ਸ਼ਹਿਰ ਜੀ। ਤੇ ਸਾਡਾ ਜਿਹੜਾ ਜਨਮ ਹੈ ਉਹ ਉਸ ਸ਼ਹਿਰ ਦਾ, ਨਾਰਨੌਲ ਉਸ ਸ਼ਹਿਰ ਦਾ ਨਾਮ ਹੈ ਜੀ। ਔਰ ਮੈਂ ਕੱਲ ਰਾਤ ਹੀ ਉੱਥੋਂ ਕਰੀਬ 23 ਸਾਲ ਬਾਅਦ ਮੈਂ ਉਸ ਸ਼ਹਿਰ ਦੇ ਦਰਸ਼ਨ ਦੀਦਾਰ ਕਰਕੇ ਵਾਪਸ ਆਇਆ, ਔਰ ਪੁਰਾਣੀਆਂ ਯਾਦਾਂ ਜਿੱਥੇ ਅਸੀਂ ਖੇਡਦੇ ਸੀ, ਜਿੱਥੇ ਅਸੀਂ ਪੜ੍ਹੇ, ਔਰ ਜਿਹੜੇ ਮਹੱਲਿਆਂ 'ਚ ਪੁਰਾਣੇ ਲੋਕ, ਪੁਰਾਣੇ ਯਾਰ ਦੋਸਤ, ਮਿੱਤਰ ਸੱਜਣ ਸਭ ਨੂੰ ਮਿਲ ਕੇ ਆਇਆ। ਸੋ 1947 ਤੋਂ ਜਦੋਂ ਹਿਜਰਤ ਕਰਕੇ ਸਾਡੇ ਜਿਹੜੇ ਗ੍ਰੈਂਡਫਾਦਰ ਸੀਗੇ ਆਪਣਾ ਸਰਦਾਰ ਹਰੀ ਸਿੰਘ ਰੰਧਾਵਾ ਜੀ, ਉਹ ਨਾਰਨੌਲ ਆਏ ਸੀ
ਸੋ ਨਾਰਨੌਲ ਹੀ ਉਹਨਾਂ ਨੇ ਆਪਣੀ ਜੋ ਹੈ ਮਿਹਨਤ ਕਰਕੇ ਤੇ ਜ਼ਮੀਨ ਆਪਣੀ ਬਣਾਈ, ਉੱਥੇ ਹੀ ਰਹਿਣਾ ਖਾਣਾ ਪੀਣਾ ਸਾਰਾ ਜ਼ਮੀਨ ਜਾਇਦਾਦ ਦਾ ਸਾਰਾ ਉੱਥੇ ਸੈਟਅਪ ਸੀਗਾ। ਸੋ 1947 ਤੋਂ ਲੈ ਕੇ ਅਸੀਂ 1984 ਤੱਕ ਨਾਰਨੌਲ ਦੇ ਵਿੱਚ ਰਹੇ ਹਾਂ। ਮੇਰਾ ਜਨਮ 1975 ਦਾ ਹੈ ਜੀ। ਸੋ ਮੇਰੇ ਵੱਡੇ ਬ੍ਰਦਰ ਨੇ ਸਰਦਾਰ ਮਲਕੀਤ ਸਿੰਘ ਰੰਧਾਵਾ, ਉਹ ਇੰਡੀਅਨ ਆਰਮੀ ਤੋਂ ਰਿਟਾਇਰਡ ਨੇ ਔਰ ਰੀਸੈਂਟਲੀ 12-14 ਸਾਲ ਜੌਬ ਕਰਕੇ ਸਿੰਗਾਪੁਰ ਤੋਂ ਵਾਪਸ ਆਏ ਨੇ। ਲੇਕਿਨ 1947 ਚ ਜੋ ਹੈ ਜਦੋਂ ਅਸੀਂ ਇੱਥੇ ਆਏ ਹਾਂ ਔਰ ਉਸ ਤੋਂ ਬਾਅਦ ਅਸੀਂ 84 ਤੱਕ ਉੱਥੇ ਰਹੇ ਹਾਂ। ਇਸ ਦੌਰਾਨ ਮੈਂ ਐਡ ਕਰ ਦੇਵਾਂ ਕਿ ਮੇਰੇ ਇੱਕ ਵੱਡੇ ਸਿਸਟਰ ਵੀ ਨੇ, ਹਰਜੀਤ ਕੌਰ ਜੀ, ਉਹ ਇੱਥੇ ਜਿੱਥੇ ਆਪਾਂ ਬੈਠੇ ਹਾਂ ਇਸ ਤੋਂ ਨਜ਼ਦੀਕ ਹੀ ਜ਼ਿਆਦਾ ਹੈਗੇ ਨੇ ਜੀ। ਸੋ 1947 ਤੋਂ ਲੈ ਕੇ 1984 ਤੱਕ ਜੋ ਪਰਿਵਾਰ ਹੈ ਉਹ ਨਾਰਨੌਲ ਸ਼ਹਿਰ ਦੇ ਵਿੱਚ ਰਿਹਾ। ਨਾਰਨੌਲ ਤੋਂ 1984 ਦੇ ਵਿੱਚ ਆਪਾਂ ਦੇਖਦੇ ਹਾਂ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਜੀ। ਲੇਕਿਨ ਉਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਉੱਥੇ ਇੱਕ ਦੰਗੇ ਹੋਏ ਜਿਹਦੇ ਵਿੱਚ ਇੱਕ ਸਾਡੇ ਸਿੱਖਾਂ ਦੇ ਮੁੰਡੇ ਨੇ ਉੱਥੇ ਲੋਕਲ ਕਮਿਊਨਿਟੀ ਦਾ ਇੱਕ ਜਾਟ ਜੋ ਸੀ ਉਹਦਾ ਕਤਲ ਕਰ ਦਿੱਤਾ। ਉਹਦੇ ਕਰਕੇ ਉੱਥੇ ਦੰਗੇ ਭੜਕੇ ਔਰ ਦੰਗੇ ਮਤਲਬ ਚੰਗਾ ਜਿਹਨੂੰ ਕਹਿ ਸਕਦੇ ਹਾਂ ਕਿ ਰੁਦਰ ਰੂਪ ਉਸ ਦੰਗਿਆਂ ਨੇ ਲੈ ਲਿਆ। ਅੱਛਾ। ਔਰ ਉਸ ਟਾਈਮ ਮੈਂ 4ਥੀ ਕਲਾਸ ਦੇ ਵਿੱਚ ਸੀਗਾ ਔਰ ਮੈਨੂੰ ਯਾਦ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਕਰਫਿਊ ਦੇ ਹਾਲਾਤ ਸੀਗੇ ਔਰ ਵੱਢ ਟੁੱਕ ਜਿਹੜੀ ਹੈ ਉਹ ਚੱਲਦੀ ਸੀ। ਅੱਛਾ। ਔਰ ਇਹ 84 ਤੋਂ ਪਹਿਲਾਂ ਦੀ ਗੱਲ ਹੈ? 84 ਅਪ੍ਰੈਲ 84 ਨਹੀਂ, ਇਹ ਇੰਦਰਾ ਗਾਂਧੀ ਵਾਲੇ ਦੰਗੇ ਨਹੀਂ, ਉਸ ਤੋਂ ਪਹਿਲਾਂ ਦੀ। ਇਸ ਤੋਂ ਪਹਿਲਾਂ ਇੰਦਰਾ ਗਾਂਧੀ 31 ਅਕਤੂਬਰ ਨੂੰ ਉਹਨਾਂ ਦਾ ਅਸੈਸੀਨੇਸ਼ਨ ਹੋਇਆ ਸੀਗਾ ਔਰ ਇਹ ਜਿਹੜੇ ਦੰਗੇ ਨੇ ਇਹ ਅਪ੍ਰੈਲ 'ਚ ਹੋਏ ਆ। ਅਪ੍ਰੈਲ 'ਚ ਹੋਏ ਆ ਜੀ। ਸੋ ਅਪ੍ਰੈਲ ਦਾ ਫਸਟ ਵੀਕ ਸੀਗਾ ਜਿੱਥੇ ਤੱਕ ਮੈਨੂੰ ਯਾਦ ਹੈ ਔਰ ਉਹ ਦੰਗਿਆਂ ਦੇ ਵਿੱਚ ਕਾਫੀ ਜੋ ਹੈ ਜਾਨੀ ਮਾਲੀ ਨੁਕਸਾਨ ਵੀ ਹੋਇਆ ਔਰ ਉੱਥੇ ਜਿਹੜੀ ਆਪਣੀ ਕਮਿਊਨਿਟੀ ਸੀ ਉਹ ਬਹੁਤ ਜ਼ਿਆਦਾ ਵੱਡੀ ਨਹੀਂ ਸੀਗੀ, ਮਤਲਬ ਕੋਈ 30-40-50 ਹਜ਼ਾਰ ਨਹੀਂ ਸੀਗੇ, ਉਹ ਕਰੀਬ 250-300-400-500 ਪਰਿਵਾਰ ਸੀਗੇ, ਸਿੱਖਾਂ ਦੇ ਜਿਹੜੇ ਪਰਿਵਾਰ ਸੀਗੇ। ਹਾਂਜੀ। ਸੋ ਸਿੱਖਾਂ 'ਤੇ ਹਮਲੇ ਵਗੈਰਾ ਅਟੈਕ ਵਗੈਰਾ ਹੋਣ ਲੱਗ ਗਏ, ਕਾਫੀ ਉਹਨਾਂ ਦੀਆਂ ਟਰਾਂਸਪੋਰਟਾਂ ਜਿਹੜੀਆਂ 8-8 10-10 ਬੱਸਾਂ ਸਾੜ ਦਿੱਤੀਆਂ, ਹੋਰ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ। ਹਾਲਾਂਕਿ ਉਹਦੇ ਵਿੱਚ ਅਗਰ ਮੋਟਾ ਤੌਰ 'ਤੇ ਆਪਾਂ ਦੇਖਿਆ ਜਾਏ ਤਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਗਲਤੀ ਉਹਨਾਂ ਦੀ ਹੀ ਹੈ ਜਿਨ੍ਹਾਂ ਨੇ ਕਤਲ ਕੀਤਾ ਇੱਕ ਮੁੰਡੇ ਦਾ। ਸੋ ਗੱਲ ਵੀ ਕੋਈ 50-60 ਰੁਪਏ ਦੀ ਸੀਗੀ ਲੇਕਿਨ ਉਹਦੇ ਕਰਕੇ ਇੱਕ ਪੂਰਾ ਸ਼ਹਿਰ ਜੋ ਹੈ ਉਜੜ ਗਿਆ। ਸੋ 1984 ਅਪ੍ਰੈਲ ਦੇ ਵਿੱਚ ਇਹ ਕੰਮ ਹੋਇਆ ਤੇ ਉਦੋਂ ਮੈਨੂੰ ਯਾਦ ਮੈਂ ਫੋਰਟ ਸੀਗਾ ਜੀ ਤੇ ਮੇਰੀ ਮੰਮੀ ਨੇ ਜੋ ਹੈ ਜੋ ਜੋੜਾ ਸੀਗਾ ਜੋੜੇ ਦੀਆਂ ਗੁੱਤਾਂ ਕਰਕੇ ਤੇ ਫਰੋਕ ਪਾ ਕੇ ਤੇ ਇੱਕ ਕੁੜੀ ਦੇ ਰੂਪ ਦੇ ਵਿੱਚ ਉੱਥੋਂ ਕੱਢਿਆ ਸੀ ਕਿ ਕਿਉਂਕਿ ਸਿੱਖਾਂ ਦੇ ਬੱਚਿਆਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਸੀ ਤੇ ਕਾਫੀ ਮੰਦੇ ਹਾਲਾਤ ਸੀਗੇ। ਸੋ ਜਿੱਦਾਂ ਕਿ ਜਿੰਨਾ ਵੀ ਉੱਥੇ ਨੁਕਸਾਨ ਹੋਇਆ ਉਹ ਸਿੱਖਾਂ ਦੇ ਜ਼ਿਆਦਾ ਜਿਹੜੇ ਬਿਜ਼ਨਸ ਸੀਗੇ ਉਹਨਾਂ ਨੂੰ ਨੁਕਸਾਨ ਹੋਇਆ। ਸੋ ਕੋਸ਼ਿਸ਼ ਇਹ ਸੀਗੀ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਏ ਔਰ ਸ਼ਾਇਦ ਬੀਇੰਗ ਕੁੜੀ ਅਗਰ ਤੁਸੀਂ ਸਮਝੋ ਜਾਂ ਇੱਕ ਗਰਲ ਦੀ ਸ਼ੇਪ ਦੇ ਵਿੱਚ ਅਗਰ ਜਾਏਗਾ ਤਾਂ ਸ਼ਾਇਦ ਬਚ ਜਾਏ। ਸੋ ਉਸ ਤਰੀਕੇ ਨਾਲ ਮਤਲਬ ਮੈਂ 84 ਦੇ ਵਿੱਚ ਉੱਥੋਂ ਕੱਢਿਆ ਔਰ ਦੰਗੇ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੀ ਰਾਤ ਮਤਲਬ ਛੱਤਾਂ 'ਤੇ ਕੋਠਿਆਂ 'ਤੇ ਬਹਿ ਕੇ ਟਾਈਮ ਕੱਢਦੇ ਸੀਗੇ ਕਿ ਪਤਾ ਨਹੀਂ ਕਿਸ ਤਰਫੋਂ ਕਦੋਂ ਅਟੈਕ ਹੋ ਜਾਣਾ। ਤੇ ਉਹਦੇ ਬਾਅਦ ਕਾਫੀ ਕਮਿਊਨਿਟੀ ਜਿਹੜੀ ਹੈ ਉੱਥੋਂ ਮਾਈਗ੍ਰੇਟ ਕਰਕੇ ਡਿਸਟ੍ਰਿਕਟ ਯਮੁਨਾਨਗਰ ਦੇ ਵਿੱਚ ਆ ਗਈ। ਅੰਬਾਲਾ ਪਹਿਲਾਂ ਵੱਡਾ ਡਿਸਟ੍ਰਿਕਟ ਸੀਗਾ। ਸੋ ਅੱਜ ਤੋਂ ਕੋਈ 15-20 ਸਾਲ ਪਹਿਲਾਂ ਅੰਬਾਲਾ ਨੂੰ ਮਤਲਬ ਉਹਦੇ ਵਿੱਚੋਂ ਇੱਕ ਡਿਸਟ੍ਰਿਕਟ ਹੋਰ ਕੱਢ ਦਿੱਤਾ ਗਿਆ, ਡਿਸਟ੍ਰਿਕਟ ਯਮੁਨਾਨਗਰ। ਸੋ ਹੁਣ ਜਿੱਥੇ ਡਿਸਟ੍ਰਿਕਟ ਯਮੁਨਾਨਗਰ ਦੀ ਹੱਦ ਸ਼ੁਰੂ ਹੁੰਦੀ ਹੈ ਸਾਡਾ ਪਿੰਡ ਹੈ ਥਾਣਾ ਛੱਪਰ। ਸੋ ਅਸੀਂ 84 'ਚ ਫਿਰ ਉੱਥੋਂ ਹਿਜਰਤ ਕਰਕੇ ਅਸੀਂ ਆ ਗਏ। ਸੋ ਮੈਂ ਕਈ ਵਾਰ ਸੋਚਦਾ ਕਿ ਸਿੱਖਾਂ ਵਾਸਤੇ ਜਿਹੜੀ ਹਿਜਰਤ ਹੈ ਨਾ ਉਹ ਹਮੇਸ਼ਾ ਇੱਕ ਕੰਟੀਨਿਊ ਪ੍ਰੋਸੈਸ ਹੈ। ਪਹਿਲਾਂ 47 ਸੀਗਾ, ਫਿਰ 84 ਸੀਗਾ, ਅੱਜ ਵੀ ਕੋਈ ਗੁਹਾਟੀ ਤੋਂ ਉਜੜ ਕੇ ਕਿਤੇ ਆ ਰਿਹਾ, ਕੋਈ ਕਿਤੇ ਜਾ ਰਿਹਾ ਹੈ। ਸੋ ਮਾਈਨੋਰਿਟੀਜ਼ ਵਾਸਤੇ ਕੋਈ ਜ਼ਿਆਦਾ ਕੁਝ ਚੇਂਜ ਨਹੀਂ ਹੋਇਆ ਇਸ ਮੁਲਕ ਦੇ ਵਿੱਚ ਜੀ। ਜਿਸ ਤਰੀਕੇ ਨਾਲ ਲਗਾਤਾਰ ਇਹ ਚੀਜ਼ਾਂ ਵਾਪਰਦੀਆਂ ਰਹੀਆਂ, ਇਹ ਘਟਨਾ ਵਾਪਰਦੀਆਂ ਰਹੀਆਂ, ਉਹਦੇ ਵਿੱਚ ਮਾਈਨੋਰਿਟੀਜ਼ ਨੂੰ ਜਾਂ ਸਿੱਖਾਂ ਨੂੰ ਕਹਿ ਲਓ ਵੀ ਆਪਾਂ ਉਹ ਟਾਰਗੇਟ ਕੀਤਾ ਗਿਆ। ਤਾਂ ਰੰਧਾਵਾ ਸਾਹਿਬ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਲਾਈਫ ਦਾ ਅਗਲਾ ਜਿਹੜਾ ਪੜਾਅ ਹੈ, ਜਿਵੇਂ ਤੁਸੀਂ ਅੰਬਾਲਾ ਦੇ ਨੇੜੇ ਦੇ ਇਲਾਕੇ ਦੇ ਵਿੱਚ ਤੁਸੀਂ ਆ ਜਾਂਦੇ ਹੋ, ਇੱਥੇ ਰਹਿੰਦੇ ਹੋ, ਵੀ ਤੁਹਾਡੀ ਜਿਹੜੀ ਐਜੂਕੇਸ਼ਨ ਹੈ, ਜਿਹੜੀ ਬੇਸਿਕ ਐਜੂਕੇਸ਼ਨ ਹੈ, ਉਹ ਕਿਸ ਤਰ੍ਹਾਂ ਕੰਪਲੀਟ ਹੁੰਦੀ ਹੈ, ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ, ਕਿਸ ਤਰੀਕੇ ਨਾਲ ਤੁਸੀਂ ਅੱਗੇ ਆਪਣੀ ਪੜ੍ਹਾਈ ਕੀਤੀ, ਉਹ ਵੀ ਦੱਸੋ। ਗੁਰਿਕਬਾਲ ਜੀ, ਅਗਰ ਘਰ ਦੇ ਹਾਲਾਤਾਂ ਦੀ ਗੱਲ ਕਰੋ ਤਾਂ ਜਿਹੜੀ ਜ਼ਮੀਨ ਜਾਇਦਾਦ ਉੱਥੇ ਪਿੱਛੇ ਰਹਿ ਗਈ, ਉਹਨਾਂ ਦੇ ਉੱਪਰ ਕਬਜ਼ੇ ਹੋ ਗਏ ਔਰ ਉਹ ਜ਼ਮੀਨਾਂ ਜਾਇਦਾਦਾਂ ਹੱਥੋਂ ਨਿਕਲ ਗਈਆਂ। ਘਰ ਵੀ ਜਿਸ ਬੰਦੇ ਨੂੰ ਉਹਨਾਂ ਮਾੜੇ ਹਾਲਾਤਾਂ ਦੇ ਵਿੱਚ ਜਾ ਕੇ 5-7-10 ਮਹੀਨੇ ਬਾਅਦ ਵੇਚਿਆ ਸੀਗਾ ਉਹ ਵੀ ਪੈਸੇ ਮਾਰ ਗਿਆ। ਸੋ 83 ਦੇ ਵਿੱਚ ਅਸੀਂ ਬ੍ਰੈਂਡ ਨਿਊ ਫੋਰਡ ਟਰੈਕਟਰ ਲਿਆ ਸੀਗਾ ਜੀ। ਉਸ ਟਾਈਮ ਮੈਨੂੰ ਲੱਗਦਾ ਕਿ ਪੂਰੇ ਡਿਸਟ੍ਰਿਕਟ ਦੇ ਵਿੱਚ ਪਹਿਲਾ ਫੋਰਡ ਟਰੈਕਟਰ ਸਾਡੇ ਘਰ ਸੀ ਜੀ। ਤੇ ਫਾਦਰ ਸਾਹਿਬ ਚੰਡੀਗੜ੍ਹ ਰੋਡਵੇਜ਼ ਦੇ ਵਿੱਚ ਜੌਬ ਕਰਦੇ ਸੀ। ਸੋ ਇਹ ਦੰਗਿਆਂ ਦੇ ਦੌਰਾਨ ਉਹਨਾਂ ਦਾ ਮਤਲਬ ਉਹਨਾਂ ਦੀ ਜੌਬ ਵੀ ਚਲੀ ਗਈ, ਸਾਡਾ ਘਰ-ਬਾਰ ਵੀ ਚਲਾ ਗਿਆ, ਜ਼ਮੀਨ ਜਾਇਦਾਦ ਵੀ ਚਲੀ ਗਈ ਔਰ ਸਾਡੇ ਕੋਲ ਇੱਕ ਟਰੈਕਟਰ ਬਚਿਆ ਸਿਰਫ।
ਉਹ ਟਰੈਕਟਰ ਤੇ ਕੁਝ ਗਾਂ ਮੱਝਾਂ ਔਰ ਘਰ ਦਾ ਸਮਾਨ ਅਸੀਂ ਲੋਡ ਕਰਕੇ 2 ਟਰੱਕਾਂ ਦੇ ਵਿੱਚ ਅਸੀਂ ਯਮੁਨਾ ਨਗਰ ਅਸੀਂ ਮੂਵ ਕੀਤਾ ਔਰ 84 ਦੇ ਵਿੱਚ ਇੱਥੇ ਆਉਣ ਤੋਂ ਬਾਅਦ ਫਿਰ ਮੈਂ 5th ਕਲਾਸ ਦੇ ਵਿੱਚ ਉੱਥੇ ਮਨੋਜ ਮਾਲਤੀ ਹਾਈ ਸਕੂਲ ਦੇ ਵਿੱਚ ਅਸੀਂ ਪੜ੍ਹਦੇ ਸੀ ਜੀ। ਉਹਦੇ ਬਾਅਦ ਇੱਥੇ ਆ ਕੇ ਸਾਡੇ ਘਰ ਤੋਂ ਨੈਕਸਟ ਜਿਹੜਾ ਛੋਟਾ ਟਾਊਨ ਪੈਂਦਾ ਉਹ ਹੈਗਾ ਮੁਸਤਫਾਬਾਦ। ਸੋ ਮੁਸਤਫਾਬਾਦ ਦੇ ਵਿੱਚ ਜਨਤਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 5th ਤੋਂ ਲੈ ਕੇ 12th ਤੱਕ ਦੀ ਐਜੂਕੇਸ਼ਨ ਉੱਥੋਂ ਲਈ ਹੈ। ਬਟ ਉਸ ਤੋਂ ਬਾਅਦ ਇੱਕ ਮਤਲਬ ਮੁਸਲਸਲ ਜੋ ਹੈ ਸਟਰਗਲ ਦਾ ਜਿਹੜਾ ਸਿਲਸਿਲਾ ਹੈ ਉਹ ਆਲਮੋਸਟ 20-22 ਸਾਲ ਚੱਲਿਆ ਔਰ ਬਹੁਤ ਲੰਬਾ ਇੱਕ ਜਿਹੜਾ ਸਟ੍ਰੈਚ ਹੈ ਜਿਹੜਾ ਕਿ ਜਿਹਦੇ ਵਿੱਚ ਸਟਰਗਲ ਕੀਤੀ। ਜਿੱਦਾਂ 1992 ਦੇ ਵਿੱਚ ਮੈਂ 12th ਕੀਤੀ ਹੈ ਔਰ 93 ਤੋਂ ਲੈ ਕੇ 94, 5, 6, 8, 98 ਤੱਕ ਮੈਂ ਚੰਡੀਗੜ੍ਹ ਦੀ ਇੱਕ ਕੈਟਰਿੰਗ ਕੰਪਨੀ ਕੈਟਰ ਟੂ ਕੈਟਰ ਦੇ ਵਿੱਚ ਕੰਮ ਕਰਦਾ ਸੀਗਾ। ਮੇਰੀ ਆਪਣੀ ਕਾਫੀ ਮਸ਼ੀਨਸ ਜੂਸ ਮਸ਼ੀਨਸ ਹੁੰਦੀਆਂ ਸੀ ਔਰ 1 ਸਾਲ 1999 ਦੇ ਵਿੱਚ ਮੈਂ ਪਿੰਡ ਚਾਹ ਦੀ ਦੁਕਾਨ ਵੀ ਕੀਤੀ ਹੈ। ਸੋ ਮਤਲਬ ਜਿਹੜੇ ਰੰਧਾਵਾ ਸਾਹਿਬ ਜਿਹੜੇ ਪੂਰੇ ਭਾਰਤ ਤੋਏ ਵਿੱਚ ਜਿਹੜਾ ਕੋਈ ਵੀ ਵਸਿੰਦਾ ਡਜ਼ਨਟ ਮੈਟਰ ਕਿ ਕਿਸੇ ਧਰਮ ਨਾਲ ਕਿਸੇ ਮਜ਼ਹਬ ਨਾਲ ਕਿਸੇ ਜਾਤ ਨਾਲ ਸੰਬੰਧਿਤ ਹੈ ਉਹਨਾਂ ਨੂੰ ਤੁਸੀਂ ਰੈਸਕਿਊ ਕੀਤਾ ਹੁਣ ਤੱਕ ਇੰਨੀ ਮਦਦ ਕੀਤੀ। ਮਤਲਬ ਇਹ ਦਿਨ ਜਿਹੜੇ ਸਟਰਗਲ ਦੇ ਦਿਨ ਮਤਲਬ ਜਦੋਂ ਤੁਸੀਂ ਅੱਜ ਇਹਨਾਂ ਦਿਨਾਂ ਨੂੰ ਯਾਦ ਕਰਦੇ ਹੋ ਅੱਜ ਜਦੋਂ ਤੁਸੀਂ ਇਹ ਆਪਣੀ ਜੋ ਤੁਸੀਂ ਪਿੰਡੇ 'ਤੇ ਹੰਢਾਇਆ ਉਹ ਤੁਸੀਂ ਸੁਣਾ ਰਹੇ ਹੋ ਆਪਣਾ ਆਪ ਬੀਤੀਆਂ ਜਿਹਨੂੰ ਆਪਾਂ ਕਹਿ ਦਿੰਦੇ ਕਿਵੇਂ ਮਹਿਸੂਸ ਕਿੱਦਾਂ ਦਾ ਹੋ ਰਿਹਾ ਮਤਲਬ ਇੱਕ ਤੁਹਾਡੀ ਲਾਈਫ ਦੇ ਵਿੱਚੋਂ ਇੱਕ ਮੈਸੇਜ ਮਤਲਬ ਇੱਕ ਨਿਕਲਦਾ ਵੀ ਇਸ ਲੈਵਲ ਤੱਕ ਬੰਦਾ ਪਹਿਲਾਂ 47 ਦੇ ਵਿੱਚ ਹਿਜਰਤ ਕਰਕੇ ਸਾਰਾ ਕੁਝ ਉਜਾੜਾ ਹੋ ਜਾਣਾ ਉਸ ਤੋਂ ਬਾਅਦ ਦੁਬਾਰਾ ਫੇਰ ਜਦੋਂ ਪੈਰਾਂ 'ਤੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹੋ ਦੁਬਾਰਾ ਫੇਰ ਇੱਕ ਵਾਰ ਫੇਰ ਉਸੇ ਉਜਾੜੇ ਨੇ ਜਿਹੜਾ ਫੇਰ ਮੂਹਰੇ ਆ ਕੇ ਖੜ ਜਾਂਦਾ ਉਸੇ ਤਰ੍ਹਾਂ ਫੇਰ ਜ਼ਿੰਦਗੀ ਇੱਕ ਨਵੀਂ ਲੀਹ ਤੋਂ ਸਟਾਰਟ ਕਰਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਤੇ ਆਪਾਂ ਅਕਸਰ ਇੱਕ ਚੀਜ਼ ਸੁਣਦੇ ਹਾਂ ਕਿ ਮੇਰਾ ਬਚਪਨ ਬੜਾ ਪਿਆਰਾ ਸੀ ਔਰ ਮੈਨੂੰ ਉਹ ਦਿਨ ਚੇਤੇ ਆਉਂਦੇ ਆ ਜੀ। ਮੈਂ ਸਵੇਰ ਤੋਂ ਸ਼ਾਮ ਤੱਕ ਹਮੇਸ਼ਾ ਇਹ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਮੇਰਾ ਬਚਪਨ ਕਦੇ ਵਾਪਸ ਨਾ ਆ ਜਾਏ ਕਿਉਂਕਿ ਜੋ ਹਾਲਾਤ ਜਾਂ ਦੰਗਿਆਂ ਤੋਂ ਪਹਿਲਾਂ ਬਹੁਤ ਵਧੀਆ ਮਤਲਬ ਅੱਛਾ ਪੂਰਾ ਸੈਟਅਪ ਵਧੀਆ ਸੀ। ਫਾਦਰ ਜੌਬ ਤੇ ਸੀਗੇ ਜ਼ਮੀਨ ਜਾਇਦਾਦ ਕਾਰ ਟਰੈਕਟਰ ਕਾਰੋਬਾਰ ਸਭ ਕੁਝ ਸੈੱਟ ਸੀਗਾ ਲੇਕਿਨ ਉਹ ਦੰਗਿਆਂ ਨੇ ਮਤਲਬ ਇਸ ਤਰ੍ਹਾਂ ਇੱਕਦਮ ਨੇਸਤੋ ਨਾਬੂਦ ਕਰ ਦਿੱਤਾ ਕਿ ਅਸੀਂ ਜਿੱਥੇ ਹੁਣ ਆਪਣਾ ਘਰ ਹੈ ਥਾਣਾ ਛੱਪਰ ਪਿੰਡ ਦੇ ਵਿੱਚ ਉੱਥੇ 2 ਕਮਰਿਆਂ ਦੇ ਵਿੱਚ ਅਸੀਂ 20 ਸਾਲ ਕੱਢੇ ਹੈ। ਉਹ 2 ਕਮਰੇ ਹੀ ਸੀਗੇ ਸਾਡੇ ਘਰੇ ਲੈਟਰਿਨ ਬਾਥਰੂਮ ਬਰਾਮਦਾ ਕਿਚਨ ਨਾਮ ਦੀ ਕੋਈ ਚੀਜ਼ ਨਹੀਂ ਸੀ ਸਿਰਫ 2 ਕਮਰਿਆਂ ਦੇ ਵਿੱਚ ਅਸੀਂ 20 ਸਾਲ ਕੱਢੇ ਉਹ ਵੀ ਸਿਰਫ ਇਸ ਕਰਕੇ ਕਿ ਸਾਡੇ ਕੋਲ ਟਰੈਕਟਰ ਸੀਗਾ ਬ੍ਰੈਂਡ ਨਿਊ ਉਹ ਇੱਥੇ ਆ ਕੇ ਟਰੈਕਟਰ ਅਸੀਂ ਸੇਲ ਆਊਟ ਕੀਤਾ ਤੇ ਇਹ ਜਿਹੜੀ ਜਗ੍ਹਾ ਸੀਗੀ ਇਹ ਜਗ੍ਹਾ ਲਈ ਔਰ ਉਹ ਜਗ੍ਹਾ ਦੇ ਵਿੱਚ ਅਸੀਂ ਮਤਲਬ ਤਿੰਨੋਂ ਭੈਣ ਭਰਾਵਾਂ ਨੇ ਆਪਣਾ ਬਚਪਨ ਬਤੀਤ ਕੀਤਾ ਔਰ ਮਤਲਬ ਐਕਸਟ੍ਰੀਮ ਪਾਵਰਟੀ ਜਿਹਨੂੰ ਕਹਿੰਦੇ ਆ ਐਕਸਟ੍ਰੀਮ ਪਾਵਰਟੀ ਦੇ ਵਿੱਚ ਆਪਣਾ ਟਾਈਮ ਬਤੀਤ ਕੀਤਾ। ਲੇਕਿਨ 92 'ਚ ਜਦੋਂ ਮੈਂ +2 ਕਲੀਅਰ ਕਰ ਲਈ ਹੈ ਉਸ ਤੋਂ 2 ਸਾਲ ਪਹਿਲਾਂ ਵੱਡੇ ਬ੍ਰਦਰ ਇੰਡੀਅਨ ਆਰਮੀ 'ਚ ਹੋ ਗਏ। ਚਲੋ ਥੋੜਾ ਜਿਹਨੂੰ ਕਹਿੰਦੇ ਆ ਸੁੱਖ ਦਾ ਸਾਹ ਆਉਣਾ ਸ਼ੁਰੂ ਹੋਇਆ। ਸੋ ਫਿਰ 92 'ਚ ਮੈਂ ਆਪਣਾ +2 ਕੀਤੀ ਹੈ ਔਰ ਮੈਂ ਚੰਡੀਗੜ੍ਹ ਜੌਬ ਕਰਨ ਲੱਗ ਗਿਆ ਕੈਟਰਿੰਗ ਦੇ ਵਿੱਚ। 98 ਤੱਕ ਮੈਂ ਉੱਥੇ ਜੌਬ ਕੀਤੀ ਹੈ ਔਰ ਉਹਦੇ ਬਾਅਦ 1 ਸਾਲ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣਾ ਘਰ ਵੀ ਦੁਕਾਨ ਕੀਤੀ ਚਾਹ ਦੀ ਹੈ ਨਾ ਜੀ। ਲੋਕਾਂ ਦੇ ਜੂਠੇ ਭਾਂਡੇ ਤੱਕ ਧੋਣੇ ਪਏ ਜਦੋਂ ਤੁਹਾਡਾ ਮਤਲਬ ਪ੍ਰੀਖਿਆ ਲੈਂਦੀ ਹੈ ਜ਼ਿੰਦਗੀ ਨੇ ਮੈਨੂੰ ਇੰਝ ਕਹਿ ਸਕਦੇ ਹੋ ਕਿ ਐਕਸਟ੍ਰੀਮ ਕੋਈ ਇਹੋ ਜਿਹੀ ਚੀਜ਼ ਕੋਈ ਰਹਿ ਨਹੀਂ ਗਈ ਜਿਹੜੀ ਨਹੀਂ ਹੋਈ। ਸੋ ਗੁਰੂ ਮਹਾਰਾਜ ਦੀ ਕਿਰਪਾ ਰਹੀ। ਲੇਕਿਨ ਇਹ ਹੈ ਕਿ 1999 ਦੇ ਵਿੱਚ ਫਿਰ ਜਿੱਦਾਂ ਇੱਕ ਟਰਨਿੰਗ ਪੁਆਇੰਟ ਹੁੰਦਾ ਜ਼ਿੰਦਗੀ ਦਾ 99 ਦੇ ਵਿੱਚ ਆ ਕੇ ਪਰਮਾਤਮਾ ਨੇ ਇੱਕ ਐਸਾ ਟਰਨਿੰਗ ਪੁਆਇੰਟ ਲਿਆਂਦਾ ਕਿ ਆਰਮੀ ਦੇ ਵਿੱਚ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਪੂਨਾ ਜਿਹਨੂੰ ਆਪਾਂ CME ਪੁਣੇ ਕਹਿੰਦੇ ਐਕਚੁਅਲੀ ਉਹਦੇ ਵਿੱਚ ਗਵਰਨਮੈਂਟ ਨੇ ਇੱਕ ਫ੍ਰੀ ਕੋਰਸ ਅਨਾਉਂਸ ਕੀਤਾ। ਉਹ ਕੋਰਸ ਕੋਈ ਵੀ ਕਰ ਸਕਦਾ ਸੀ ਜਿਸ ਦਾ ਫਾਦਰ ਜਾਂ ਬ੍ਰਦਰ ਔਨ ਆਰਮੀ ਡਿਊਟੀ ਹੋਵੇ ਜਾਂ ਰਿਟਾਇਰਡ ਹੋਵੇ। ਸੋ ਆਪਣੀ ਐਲੀਜੀਬਿਲਟੀਜ਼ ਜਾਂ ਕੈਪੇਬਿਲਿਟੀਜ਼ ਤੇ ਮੈਨੂੰ ਪਤਾ ਸੀਗਾ ਕਿ ਆਪਾਂ ਮਿਹਨਤੀ ਹਾਂ ਲੋਕ ਔਰ ਆਪਾਂ ਕਰ ਲਾਂਗੇ। ਤੇ ਉਸ ਟਾਈਮ ਫਿਰ ਮੈਂ CME ਪੁਣੇ ਗਿਆ 1999 ਦੇ ਵਿੱਚ। ਉੱਥੋਂ ਮੈਂ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਪੂਨਾ ਤੋਂ ਹੈਵੀ ਅਰਥ ਮੂਵਿੰਗ ਪਲਾਂਟ ਆਪਰੇਟਰ ਦਾ ਡਿਪਲੋਮਾ ਕੀਤਾ ਔਰ ਫਸਟ ਜਿਹੜੀ ਜੌਬ ਸੀਗੀ ਉਸ ਟਾਈਮ ਵਾਜਪਾਈ ਸਾਹਿਬ ਇੰਡੀਆ ਦੇ ਪ੍ਰਾਈਮ ਮਿਨਿਸਟਰ ਸੀਗੇ ਔਰ ਉਹਨਾਂ ਨੇ ਇੱਕ ਗੋਲਡਨ ਕੁਆਡਰੀਲੈਟਰਲ ਕਰਕੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਉੱਧਰੋਂ ਬੰਗਾਲ ਔਰ ਉੱਧਰੋਂ ਪੂਰਾ UP ਔਰ ਦੁਬਾਰਾ ਕਸ਼ਮੀਰ ਤੱਕ ਇੱਕ ਇਸ ਤਰ੍ਹਾਂ ਚਾਰੋਂ ਪਾਸੋਂ ਇੰਡੀਆ ਨੂੰ ਨੈਸ਼ਨਲ ਹਾਈਵੇ ਦੇ ਨਾਲ ਜੋੜਨ ਦਾ ਪ੍ਰੋਜੈਕਟ ਸੀਗਾ।
ਉਸ ਪ੍ਰੋਜੈਕਟ ਦੇ ਵਿੱਚ ਇੱਕ ਕੀ ਫੀਚਰ ਸੀ ਕਿ ਬੰਬੇ ਪੁਣੇ ਐਕਸਪ੍ਰੈਸ ਹਾਈਵੇ ਸੋ ਮਤਲਬ ਜਿਹੜਾ ਮੇਰਾ ਫਸਟ ਡੇ ਜਾਂ ਫਸਟ ਜਿਹੜਾ ਸੀਗਾ ਉਹ ਬੰਬੇ ਪੁਣੇ ਐਕਸਪ੍ਰੈਸ ਹਾਈਵੇ ਤੋਂ ਸ਼ੁਰੂ ਹੋਇਆ, ਫਿਰ ਹੁਬਲੀ ਧਾਰਵਾੜ ਕਰਨਾਟਕਾ, ਉਹਦੇ ਬਾਅਦ ਕੋਲਾਪੁਰ ਟੂ ਬੈਲਗਾਮ, ਫਿਰ ਅੰਬਾਲਾ ਚੰਡੀਗੜ੍ਹ, ਦਿੱਲੀ ਮੈਟਰੋ, ਇੱਦਾਂ ਕਰਦੇ ਕਰਦੇ ਇੰਡੀਆ ਦੇ ਦੁਰਗ ਟੂ ਰਾਏਪੁਰ, ਛੱਤੀਸਗੜ੍ਹ ਦੇ ਵਿੱਚ, ਭਿਲਾਈ ਦੇ ਵਿੱਚ। ਸੋ ਇਹ ਜਿਹੜੀਆਂ ਮਸ਼ੀਨਾਂ ਅਸੀਂ ਹੈਵੀ ਅਰਥ ਮੂਵਿੰਗ ਪਲਾਂਟ ਆਪਰੇਟ ਕਰਦੇ ਸੀਗੇ, ਇਹ ਬਹੁਤ ਵੱਡੇ ਹੁੰਦੇ ਆ ਔਰ ਤੁਸੀਂ ਸਾਰਾ ਦਿਨ ਮਿੱਟੀ ਦਾ ਕੰਮ ਜਿਹਨੂੰ ਕਹਿ ਸਕਦੇ ਹੋ। ਅੱਛਾ, ਕਿ ਮਤਲਬ ਜਿੱਦਾਂ 200-300 ਡੰਪਰ ਮਿੱਟੀ ਨੇ ਡੰਪ ਕਰ ਦਿੱਤਾ ਟਰੱਕਾਂ ਨੇ, ਉਹਦੇ ਬਾਅਦ ਤੁਸੀਂ ਆਪਣੀ ਉਹ ਹੈਵੀ ਅਰਥ ਮੂਵਿੰਗ ਪਲਾਂਟ ਜਿਹੜਾ ਹੈ ਉਹ ਲੈ ਕੇ ਉਹਨੂੰ ਇਕੁਅਲ ਕਰਨਾ, ਜਿਹਦੇ ਉੱਪਰ ਰੋਡ ਨੇ ਬਣਨਾ। ਸੋ ਸਿਰ ਦੇ ਉੱਪਰ ਛੱਤ ਵੀ ਨਹੀਂ ਸੀ ਹੁੰਦੀ ਮਸ਼ੀਨਾਂ ਦੇ, 48, 47, 46 ਟੈਂਪਰੇਚਰ ਹੁੰਦਾ ਸੀ ਤੇ ਉੱਪਰੋਂ ਗਰਮੀਆਂ ਦੇ ਦਿਨ ਹੁੰਦੇ ਨੇ, ਕਿਉਂਕਿ ਬਰਸਾਤਾਂ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਰੋਡ ਕੰਸਟਰਕਸ਼ਨ ਦਾ ਕੰਮ ਸਲੋ ਹੁੰਦਾ। ਸੋ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਸਪੀਡ ਪਕੜਦਾ। ਸੋ ਉਹਨਾਂ ਟਾਈਮਾਂ ਦੇ ਵਿੱਚ ਮਤਲਬ ਜਦੋਂ ਐਕਸਟ੍ਰੀਮ ਗਰਮੀ ਹੁੰਦੀ ਹੈ, ਇੰਡੀਆ ਦਾ ਭਿਲਾਈ ਜਿਹੜਾ ਹੈ ਜਿੱਥੇ ਸਭ ਤੋਂ ਵੱਡਾ ਸਟੀਲ ਦਾ ਕਾਰਖਾਨਾ ਹੈ, ਉਹ ਕਿੰਨਾ ਗਰਮ ਏਰੀਆ ਹੈ। ਉਸ ਏਰੀਆ ਦੇ ਵਿੱਚ ਪੂਰੇ ਨਾਰਥ ਇੰਡੀਆ ਦੇ ਵਿੱਚ, ਸਾਊਥ ਇੰਡੀਆ ਦੇ ਵਿੱਚ ਕਰੀਬ ਮਤਲਬ ਇੰਡੀਆ ਦੇ 13 ਸਟੇਟਸ ਦੇ ਵਿੱਚ ਜੋ ਹੈ ਉਹ ਪੂਰੀ ਐਕਸਟ੍ਰੀਮ ਗਰਮੀ ਝੇਲ ਕੇ ਔਰ ਜੋ ਹੈ ਉਹ ਕੰਮ ਕੀਤਾ। ਬਟ ਜਦੋਂ ਕਹਿੰਦੇ ਆ ਕਿ ਗੁਰੂ ਮਹਾਰਾਜ ਸੁਣਦੇ ਨੇ, ਹੌਲੀ ਹੌਲੀ ਤੁਸੀਂ ਆਪਣੀ ਮਿਹਨਤ ਕਰਦੇ ਹੋ, ਮਿਹਨਤ 'ਤੇ ਵਿਸ਼ਵਾਸ ਕਰਦੇ ਹੋ, ਫਿਰ ਅੱਗੇ ਹੌਲੀ ਹੌਲੀ ਪਰਮਾਤਮਾ ਆਪ ਰਸਤੇ ਜੋ ਹੈ ਕੱਢਦੇ ਜਾਂਦਾ ਹੈ। ਸੋ ਫਿਰ 2000 ਦੇ ਵਿੱਚ ਮੈਂ ਪਹਿਲੀ ਵਾਰ ਲੀਬੀਆ ਗਿਆ, ਕਰਨਲ ਗੱਦਾਫੀ ਦੀ ਕੰਪਨੀ 'ਚ। ਅੱਛਾ, ਮਤਲਬ ਇੱਥੋਂ ਥੋੜ੍ਹਾ ਜਿਹੜਾ ਜ਼ਿੰਦਗੀ ਦਾ ਜਿਹੜਾ ਫੌਰਨ ਦਾ ਜਿਹੜਾ ਸਫ਼ਰ ਆ ਉਹ ਸ਼ੁਰੂ ਹੋ ਜਾਂਦਾ ਹੈ, ਜਿਹਦੇ ਵਿੱਚ ਜਿਵੇਂ ਅਸੀਂ ਜਿੰਨਾ ਕੁ ਸੁਣਿਆ ਕਿ ਤੁਸੀਂ ਲਾਈਫ ਦੇ ਬਹੁਤ ਸਾਰੇ ਵਾਧੇ ਘਾਟੇ ਆ ਜਿਹੜੇ ਇਸ ਦੌਰਾਨ ਜਿਹੜੇ ਹੋਏ, ਉਹ ਵੀ ਜ਼ਰੂਰ ਸਾਂਝੇ ਕਰੋ। ਸੋ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇੱਕ ਟਰਨਿੰਗ ਪੁਆਇੰਟ ਪਰਮਾਤਮਾ ਹਰ ਬੰਦੇ ਨੂੰ ਕੋਈ ਨਾ ਕੋਈ ਮੌਕਾ ਜ਼ਰੂਰ ਦਿੰਦਾ ਹੈ। ਸੋ ਚਲੋ ਅਸੀਂ ਜਿੰਨਾ ਆਪਣੇ ਬਚਪਨ ਦੇ ਵਿੱਚ ਮਾੜਾ ਟਾਈਮ ਦੇਖਿਆ, ਲੇਕਿਨ ਆਪਣੀ ਮਿਹਨਤ ਕਰਕੇ, ਗੁਰੂ ਮਹਾਰਾਜ ਦੀ ਕਿਰਪਾ ਕਰਕੇ ਜਿੱਦਾਂ ਜਿੱਦਾਂ ਮਿਹਨਤ ਕਰਦੇ ਗਏ ਅੱਗੇ ਵੱਧਦੇ ਗਏ। ਸੋ ਇੰਡੀਆ ਦੇ ਵਿੱਚ ਵੀ ਵਧੀਆ ਕੰਪਨੀਆਂ ਦੇ ਵਿੱਚ ਜੌਬ ਕੀਤੀ, ਅੱਛੀ ਸੈਲਰੀਜ਼ ਮਿਲਣ ਲੱਗ ਗਈਆਂ, ਘਰ ਦਾ ਵੀ ਥੋੜ੍ਹਾ ਜੋ ਹੈ ਸਿਸਟਮ ਚੱਲ ਪਿਆ। ਵੱਡੇ ਬ੍ਰਦਰ ਆਰਮੀ 'ਚ ਹੋ ਗਏ, ਮੈਂ ਇੱਧਰ ਜੌਬ ਕਰਨ ਲੱਗ ਗਿਆ। ਔਰ ਫਿਰ ਸੰਨ 2000 ਦੇ ਵਿੱਚ ਮੈਂ ਗਿਆ ਲੀਬੀਆ। ਲੀਬੀਆ ਮੈਂ ਗਿਆ ਸੀਗਾ, ਜਿਹਾਦ ਅਲ ਫਦੀਲ ਕਰਕੇ ਕੰਪਨੀ ਸੀਗੀ, ਜੋ ਕਿ ਕਰਨਲ ਗੱਦਾਫੀ, ਆਪਾਂ ਬਹੁਤ ਨਾਮ ਸੁਣਦੇ ਹਾਂ, ਉਹਨਾਂ ਦਾ ਬੇਟਾ ਸੀਗਾ ਮੁਸਤਕੀਮ, ਉਹਦੀ ਕੰਪਨੀ ਸੀ। ਔਰ ਰੋਡ ਕੰਸਟਰਕਸ਼ਨ ਦੀ ਔਰ ਬੇਸਿਕ ਇਨਫਰਾਸਟ੍ਰਕਚਰ ਦੀ ਕੰਪਨੀ ਸੀ। ਸੋ ਅਸੀਂ ਇੱਕ ਬਹੁਤ ਜਿਹੜੇ ਅਫਰੀਕਾ ਦਾ ਇੱਕ ਬਹੁਤ ਪੁਰਾਣਾ ਸ਼ਹਿਰ ਹੈ ਤੁਬਰੁਕ, ਸੋ ਤੁਬਰੁਕ ਨੂੰ ਅਸੀਂ ਪੂਰੇ ਸ਼ਹਿਰ ਨੂੰ ਰਿਨੋਵੇਟ ਕੀਤਾ ਸੀਗਾ। ਸੋ ਤੁਬਰੁਕ ਦੇ ਵਿੱਚ ਆਲਮੋਸਟ ਮੈਂ 2-2.25 ਸਾਲ ਰਿਹਾ। ਉੱਥੋਂ ਹੀ ਫਿਰ ਅਲਜੀਰੀਆ ਔਰ ਟਿਊਨਿਸ ਔਰ ਇਜਿਪਟ ਜਾਣ ਦਾ ਮੌਕਾ ਮਿਲਿਆ। ਇਸਲਾਮਿਕ ਕਲਚਰ ਨੂੰ, ਅਰਬਿਕ ਕਲਚਰ ਨੂੰ ਬਹੁਤ ਨੇੜਿਓਂ ਦੇਖਣ ਦਾ, ਸਮਝਣ ਦਾ, ਸਿੱਖਣ ਦਾ ਮੌਕਾ ਮਿਲਿਆ। ਅਰਬੀ ਦੀ ਮੈਂ ਟਰਾਂਸਲੇਟਰ, ਇੱਕ ਕਿਸਮ ਦਾ ਟਰਾਂਸਲੇਟਰ ਸੀਗਾ। ਕਿਸੇ ਪੰਜਾਬੀ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਤੇ ਉਹਨੂੰ ਆਪਣੇ ਆਫਿਸ ਦੇ ਜਿਹੜੇ PR ਹੁੰਦੇ, ਪਬਲਿਕ ਰਿਲੇਸ਼ਨ ਆਫਿਸਰ ਹੁੰਦੇ ਆ, ਉਹਨਾਂ ਨਾਲ ਜੋ ਹੈ ਉਹਨਾਂ ਨੂੰ ਕਮਿਊਨੀਕੇਟ ਕਰਨ ਵਾਸਤੇ ਫਿਰ ਮੈਂ ਟਰਾਂਸਲੇਟਰ ਦਾ ਵੀ ਕੰਮ ਕਰਦਾ ਰਿਹਾ। ਔਰ ਸੰਨ 2002 ਦੇ ਵਿੱਚ ਐਂਡ ਦੇ ਵਿੱਚ ਫਿਰ ਮੈਂ ਵਾਪਸ ਆਇਆ ਇੰਡੀਆ। ਉਸ ਟਾਈਮ ਤੱਕ ਇੰਡੀਆ 'ਚ ਵੀ ਪ੍ਰੋਜੈਕਟਸ ਕਾਫੀ ਵੱਡੇ ਚੱਲਦੇ ਸੀਗੇ। ਔਰ ਫਿਰ ਮੈਂ ਇੱਥੇ ਆ ਕੇ ਪੁੰਜ ਲੋਇਡ, ਇੰਡੀਆ ਦੀ ਜੋ ਟੌਪ ਮੋਸਟ ਇਨਫਰਾਸਟ੍ਰਕਚਰ ਕੰਪਨੀ ਹੈ, ਉਹਦੇ ਵਿੱਚ ਕੰਮ ਕੀਤਾ। L&T ਦੇ ਵਿੱਚ ਕੰਮ ਕੀਤਾ। ਹੋਰ ਜਿੰਨੀਆਂ ਟੌਪ ਮੋਸਟ ਇੰਡੀਆ ਦੀ ਇਨਫਰਾਸਟ੍ਰਕਚਰ ਕੰਪਨੀਆਂ, ਰੋਡ ਕੰਸਟਰਕਸ਼ਨ ਕੰਪਨੀਜ਼ ਨੇ। ਲੇਕਿਨ ਇੱਕ ਜਿਹੜੀ ਸਭ ਤੋਂ ਖਾਸ ਗੱਲ ਹੈ ਕਿ ਡੇ 1 ਤੋਂ, ਚਾਹੇ ਮੈਂ 1993 'ਚ 92 'ਚ ਆਪਣੀ ਸਟੱਡੀ ਖਤਮ ਕਰਨ ਤੋਂ ਬਾਅਦ ਪਹਿਲੀ ਵਾਰ ਜੌਬ ਕੀਤੀ ਹੈ ਕੈਟਰਿੰਗ ਦੀ, ਤਾਂ ਵੀ ਮੈਂ ਜਦੋਂ ਪਹਿਲੀ ਵਾਰ ਚੰਡੀਗੜ੍ਹ ਤੋਂ ਕੈਟਰਿੰਗ ਦੀ ਜੌਬ ਤੋਂ ਮੈਂ ਘਰ ਆਇਆ ਤੇ ਪਹਿਲੀ ਵਾਰ ਹੀ ਮੈਂ ਇੱਕ ਆਪਣੇ ਪਿੰਡ ਤੋਂ ਮੁੰਡਾ ਲੈ ਕੇ ਗਿਆ ਸੀ ਜਿਹਨੂੰ ਮੈਂ ਕੰਮ ਤੇ ਲਗਵਾਇਆ। ਸੋ ਮਤਲਬ ਪਹਿਲੇ ਦਿਨ ਤੋਂ ਹੀ ਦੂਜਿਆਂ ਦੀ ਮਦਦ ਕਰਨ ਦਾ ਜਜ਼ਬਾ ਸ਼ੁਰੂ ਤੋਂ ਹੀ ਹੈ। ਮਤਲਬ ਇੱਥੋਂ ਤੁਹਾਡੀ ਜਿਹੜੀ ਉਹ ਜਰਨੀ ਤੁਸੀਂ ਕਹਿ ਸਕਦੇ ਹੋ ਸ਼ੁਰੂ ਹੈ ਨਾ, ਸ਼ੁਰੂ ਹੁੰਦੀ ਹੈ। ਸੋ ਉਸ ਤੋਂ ਬਾਅਦ ਜਦੋਂ ਫਿਰ ਆਪਾਂ ਆਰਮੀ ਚਲੇ ਗਏ, ਉੱਥੇ ਡਿਪਲੋਮਾ ਕਰ ਲਿਆ। ਫਿਰ ਜਿੱਥੇ ਜਿਹੜੇ ਆਰਮੀ ਦਾ ਜਿਹੜਾ ਬੈਚ ਸੀਗਾ ਸਾਡਾ, ਉਹਦੇ ਵਿੱਚ ਜਿਹੜੇ ਮੁੰਡੇ ਸੀ, ਜਦੋਂ ਆਪਾਂ ਜੌਬ ਤੇ ਲੱਗ ਗਏ ਫਿਰ ਉਹਨਾਂ ਨੂੰ ਬੁਲਾ ਕੇ ਪਿੰਡਾਂ ਤੋਂ ਕਿ ਮੇਰਾ ਵੀਰ, ਕਿਸੇ ਨੇ ਫੋਨ ਕਰਨਾ, ਭਾਜੀ ਬਈ ਬਹੁਤ ਬੁਰਾ ਹਾਲ ਹੈ, ਕਿਤੇ ਹੈਲਪ ਕਰੋ। ਸੋ ਉਹਨਾਂ ਨੂੰ ਰਾਤਾਂ ਨੂੰ ਆਪਣੀ ਮਸ਼ੀਨ ਤੇ ਰੱਖ ਕੇ ਸਿਖਾ ਕੇ ਉਹਨਾਂ ਨੂੰ ਜੌਬ ਲਗਵਾਉਣੀ। ਸੋ ਜਿੱਥੇ ਆਪਾਂ ਬੈਠੇ ਹਾਂ ਇਸ ਏਰੀਏ ਦੇ ਵਿੱਚ, ਔਰ ਟੋਟਲ ਜਿਹੜਾ ਮੈਂ ਅਰਥ ਮੂਵਿੰਗ ਪਲਾਂਟ ਦੀ ਜਿਹੜੀ ਮੈਂ 12-13 ਸਾਲ ਜੋ ਕੰਮ ਕੀਤਾ, ਉਹਦੇ ਵਿੱਚ ਅਗਰ ਟੋਟਲ ਦੇਖਿਆ ਜਾਏ ਤਾਂ ਮੋਰ ਦੈਨ 100 ਇਹੋ ਜਿਹੇ ਵੀਰ ਨੇ ਜਿਨ੍ਹਾਂ ਨੂੰ ਆਪਣੇ ਕੋਲ ਰੱਖਿਆ, ਜਾਂ ਮਸ਼ੀਨ ਸਿਖਾਈ, ਜਾਂ ਜੌਬ ਤੇ ਲਗਵਾਇਆ, ਜਾਂ ਟ੍ਰੇਨਡ ਕੀਤਾ, ਜਾਂ ਉਹਨਾਂ ਨੂੰ ਰੋਜ਼ਗਾਰ ਤੇ ਲਗਵਾਇਆ। ਸੋ ਜ਼ਿਆਦਾਤਰ ਆਪਣੇ ਪਿੰਡਾਂ ਦੇ ਸੀਗੇ, ਲੇਕਿਨ ਉਹ ਵੀ ਸੀਗੇ ਜਿਹੜੇ ਮੇਰੇ ਨਾਲ ਆਰਮੀ 'ਚ ਰਹੇ ਜਾਂ ਜਿਹੜੇ ਸਾਡੇ ਨਾਲ ਕਨੈਕਟਿਡ ਰਹੇ। ਸੋ ਉਹਨਾਂ ਦੀ ਵੀ ਇੱਕ ਬਹੁਤ ਲੰਬੀ ਤਾਦਾਦ ਹੈ ਸਾਡੇ ਏਰੀਏ ਦੇ ਵਿੱਚ। ਜਿਹੜੇ ਸਟਾਰਟਰ ਜਿਹੜੇ ਗ੍ਰੇਡਰ ਆਪਰੇਟਰ ਸੀਗੇ, ਉਹਨਾਂ ਵਿੱਚੋਂ ਮੈਂ ਇੱਕ ਸੀਗਾ, ਉਹ ਫਿਰ ਸਾਡੇ ਤੋਂ 100 ਦੇ ਹਿਸਾਬ ਨਾਲ ਨੇ ਅੱਗੇ। ਹਾਂਜੀ। ਸੋ ਜਦੋਂ ਬਾਹਰ ਵੀ ਚਲੇ ਗਏ ਆ
ਤੇ ਬਾਹਰੋਂ ਵੀ ਜਾ ਕੇ, ਕਿਉਂਕਿ ਸਨ 2000 ਦੇ ਵਿੱਚ ਮੋਬਾਈਲ ਫੋਨ ਦਾ ਚੱਲਣ ਨਹੀਂ ਸੀਗਾ, ਸੋ ਹਾਲਾਤ ਐਸੇ ਹੁੰਦੇ ਸੀਗੇ, ਅਫਰੀਕਾ ਤੋਂ ਲੀਬੀਆ ਤੋਂ ਆਪਾਂ ਚਿੱਠੀ ਲਿਖਦੇ ਸੀ ਤੇ ਇੰਡੀਆ 'ਚ 1 ਮਹੀਨੇ 'ਚ ਪਹੁੰਚਦੀ ਸੀ, ਔਰ ਇੰਡੀਆ ਵਾਲਿਆਂ ਦਾ ਜਵਾਬ 1.5 ਮਹੀਨੇ 'ਚ ਪਹੁੰਚਦਾ ਸੀ ਜੀ। ਸੋ ਫੋਨ ਇੰਨਾ ਕੁ ਮਹਿੰਗਾ ਸੀਗਾ ਕਿ 1 ਦਿਨਾਰ ਦਾ 1 ਮਿੰਟ ਗੱਲ ਹੁੰਦੀ ਸੀ। ਸੋ ਫੋਨ ਕਰਨ ਤੋਂ ਹੈਜ਼ਿਟੇਟ ਹੁੰਦੇ ਵੀ ਸਾਰਾ ਮਹੀਨਾ ਮਿਹਨਤ ਕੀਤੀ ਹੈ ਤੇ 1 ਦਿਨਾਰ ਦੀ ਤੁਹਾਡੀ 160 ਰੁਪਏ ਤਨਖਾਹ ਹੋਵੇ ਤੇ ਜਾਂ 290 ਜਾਂ 330 ਡਾਲਰ ਤਨਖਾਹ ਹੋਵੇ ਤੇ 1 ਰੁਪਈਆ ਫਿਰ ਚੁੱਭਦਾ। ਬਿਲਕੁਲ। ਸੋ ਬਹੁਤ ਔਖਾ ਉੱਥੇ ਟਾਈਮ ਬਤੀਤ ਕੀਤਾ। ਫਿਰ ਇੰਡੀਆ 'ਚ ਪ੍ਰੋਜੈਕਟ ਅੱਛੇ ਚੱਲ ਪਏ, ਇੱਥੇ ਫਿਰ ਕਾਫੀ ਸਾਲ ਕੰਮ ਕੀਤਾ, ਔਰ ਉਸ ਤੋਂ ਬਾਅਦ ਮੈਂ ਅਰਬ ਦੇ ਵਿੱਚ, ਓਮਾਨ ਦੇ ਵਿੱਚ ਕੰਮ ਕੀਤਾ, ਮਸਕਟ ਜਿਹਨੂੰ ਅਰਬ ਦੇ ਵਿੱਚ ਸਭ ਤੋਂ ਗਰਮ ਸ਼ਹਿਰ ਕਿਹਾ ਜਾਂਦਾ, ਹਾਂਜੀ, ਉੱਥੇ ਵੀ ਕੰਮ ਕੀਤਾ। ਜਿਹੜੀਆਂ ਉੱਥੇ ਟੌਪ ਮੋਸਟ ਕੰਪਨੀ ਨੇ, ਹਸਨ ਜੁਮਾ ਬਕਰ ਹੈ, ਸਟਰਾਬੈਕ ਹੈ, ਉਹਨਾਂ ਦੇ ਵਿੱਚ ਕੰਮ ਕੀਤਾ ਹੈ। ਉਸ ਤੋਂ ਬਾਅਦ ਮੇਰੇ ਬ੍ਰਦਰ ਆਰਮੀ ਤੋਂ ਰਿਟਾਇਰਡ ਹੋ ਗਏ। ਸੋ ਆਰਮੀ ਤੋਂ ਰਿਟਾਇਰਡ ਹੋ ਕੇ ਉਹਨਾਂ ਨੇ ਜੁਆਇਨ ਕੀਤਾ ਸੀ DPS, ਦਿੱਲੀ ਪਬਲਿਕ ਸਕੂਲ, ਸਿੰਗਾਪੁਰ ਜੀ। ਸੋ ਉਹਨਾਂ ਨੇ ਸਿੰਗਾਪੁਰ ਜੁਆਇਨ ਕੀਤਾ, ਔਰ ਉਸ ਤੋਂ ਕਰੀਬ 1 ਸਾਲ ਬਾਅਦ ਮੇਰਾ ਸਿੰਗਾਪੁਰ ਦਾ ਜੋ ਹੈ ਉਹ ਕੰਮ ਬਣਿਆ। ਔਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ ਚਾਹੂੰਗਾ ਕਿ ਸਿੰਗਾਪੁਰ ਵਰਗੀ ਦੁਨੀਆ 'ਤੇ ਕੋਈ ਸ਼ਾਇਦ ਕੰਟਰੀ ਨਹੀਂ ਹੋ ਸਕਦੀ, ਕਿਉਂਕਿ ਉਹਨੂੰ ਤੁਸੀਂ ਐਂ ਕਹਿ ਸਕਦੇ ਹੋ ਕਿ ਮਤਲਬ ਅੱਜ ਵੀ ਉੱਥੇ ਸਤਿਯੁਗ ਹੈ। ਤੁਸੀਂ ਰਾਤ ਨੂੰ 2-3 ਵਜੇ ਕੁੜੀਆਂ ਉੱਥੇ ਜੋਗਿੰਗ ਕਰਦੇ ਦੇਖ ਸਕਦੇ ਹੋ ਤੇ ਬਹੁਤ ਸਾਫ ਸੁਥਰਾ, ਨੀਟ ਐਂਡ ਕਲੀਨ, ਬਹੁਤ ਵਧੀਆ। ਲੇਕਿਨ ਉੱਥੇ PR ਦੀ ਪ੍ਰੋਬਲਮ, ਮਤਲਬ PR ਉੱਥੇ ਬਹੁਤ ਔਖੀ ਮਿਲਦੀ ਹੈ। ਤੁਸੀਂ ਖੁਦ ਕੈਨੇਡਾ 'ਚ ਰਹਿ ਰਹੇ ਹੋ, ਕਿਉਂਕਿ ਛੋਟਾ ਜਿਹਾ ਜਜ਼ੀਰਾ ਹੈ ਨਾ ਜੀ, ਤੇ ਉੱਥੇ PR ਦੀ ਦਿੱਕਤ ਹੈ। ਬਟ ਇਹ ਹੈ ਕਿ 3-4 ਸਾਲ ਆਪਣਾ ਵੱਡੇ ਤੋਂ ਵੱਡਾ ਲਾਇਸੈਂਸ ਲੈ ਕੇ ਗੇਨ ਕਰਕੇ ਫਿਰ 2013 'ਚ ਉੱਥੋਂ ਫਿਰ ਮੈਂ ਅਪਲਾਈ ਕੀਤਾ। ਲੇਕਿਨ ਪਹਿਲੀ ਵਾਰ 1993 'ਚ ਕੈਨੇਡਾ ਵਾਸਤੇ ਅਪਲਾਈ ਕੀਤਾ ਸੀਗਾ, ਕਿਸੇ ਏਜੰਟ ਨੂੰ ਪੈਸੇ ਦਿੱਤੇ ਸੀ, ਔਰ ਉਹ ਸਟਰਗਲ ਚਲਦੀ 2013 ਤੱਕ ਆ ਗਈ। ਅੱਛਾ। 1993 ਤੋਂ 2013 ਤੱਕ 20 ਸਾਲ ਸਟਰਗਲ ਕੀਤੀ ਜੀ। 5 ਵਾਰ ਆਈਲੈਟਸ ਕੀਤੀ। ਅੱਛਾ। ਮਤਲਬ 10 ਸਾਲ ਆਈਲੈਟਸ ਕਰਦੇ ਨਿਕਲ ਗਏ ਕਿ ਕਦੇ ਤੇ ਕੈਨੇਡਾ ਦਾ ਕੰਮ ਬਣੇਗਾ। ਸੋ ਪਰਮਾਤਮਾ ਦੀ ਬੜੀ ਕਿਰਪਾ ਹੋਈ, 2013 'ਚ ਜੋ ਹੈ 4 ਵਾਰ ਆਈਲੈਟਸ ਕੀਤੀ, ਸੌਰੀ ਮੈਂ। ਸੋ ਚੌਥੀ ਵਾਰ ਮੈਂ ਆਈਲੈਟਸ ਉਦੋਂ ਕੀਤੀ ਜਦੋਂ ਮੈਂ ਕੈਨੇਡਾ 'ਚ PR ਹੋਇਆ। PR ਹੋਣ ਲੱਗਿਆ ਤੁਹਾਨੂੰ ਲਾਸਟ ਟਾਈਮ ਫਿਰ 1 ਵਾਰ ਆਈਲੈਟਸ ਕਰਨੀ ਪੈਂਦੀ ਹੈ। ਸੋ ਉਸ ਦੌਰਾਨ 2-3 ਵਾਰ ਪੈਸੇ ਵੀ ਖਰਾਬ ਹੋਏ, ਏਜੰਟਾਂ ਨੇ ਕਾਫੀ ਤੰਗ ਪਰੇਸ਼ਾਨ ਕੀਤਾ। ਲੇਕਿਨ ਇੱਕ ਜਿਹੜੀ ਸਭ ਤੋਂ ਖਾਸ ਗੱਲ ਹੈ ਗੁਰੂ ਇਕਬਾਲ ਜੀ, ਕਿ ਜਦੋਂ ਮੈਂ ਸਟਰਗਲ ਕਰ ਰਿਹਾ ਸੀ ਨਾ, ਜਦੋਂ ਮੈਂ ਮਤਲਬ ਜਿਹਨੂੰ ਕਹਿ ਸਕਦੇ ਹਾਂ ਕਿ ਐਕਸਟ੍ਰੀਮ ਲੈਵਲ ਸੀਗਾ ਸਟਰਗਲ ਦਾ, ਮੈਂ ਸਰਚ ਕਰਦਾ ਹੁੰਦਾ ਸੀ ਯਾਰ ਕੋਈ ਤਾਂ ਬੰਦਾ ਹੋਏਗਾ ਜਿਹੜਾ ਗਾਈਡ ਕਰਦਾ ਹੋਏ, ਜਿਹੜਾ ਕਹੇ ਕਿ ਮੈਂ ਕੈਨੇਡਾ ਆਇਆ ਵੀ ਤੁਸੀਂ ਵੀ ਇੱਦਾਂ ਆ ਸਕਦੇ ਹੋ। ਲੇਕਿਨ ਉਹ ਬੰਦਾ ਕਦੇ ਨਹੀਂ ਮਿਲਿਆ ਮੈਨੂੰ, ਫੇਸਬੁੱਕ 'ਤੇ ਵੀ ਕਦੇ ਨਹੀਂ ਮਿਲਿਆ, ਕਦੇ ਕੋਈ YouTube 'ਤੇ ਵੀ ਨਹੀਂ ਮਿਲਿਆ। ਸੋ ਮੈਂ ਜਦੋਂ ਸਿੰਗਾਪੁਰ 'ਚ ਕੰਪਲੀਟਲੀ ਫਰਸਟ੍ਰੇਟਡ ਸੀਗਾ 2013 'ਚ, ਯਾਰ ਵੀ ਲੋਕੀ ਜਾਂਦੇ ਕਿੱਦਾਂ, ਟਰੱਕ ਡਰਾਈਵਰ ਜਾਂਦੇ ਤਾਂ ਹੈ ਨੇ ਕਹਿੰਦਾ, ਪਰ ਜਾਂਦੇ ਕਿੱਦਾਂ? ਮੈਨੂੰ ਕੋਈ ਸਰਚ ਕੀਤਾ, ਮੈਨੂੰ ਕੋਈ ਕਦੇ ਨਹੀਂ ਮਿਲਿਆ। ਫਿਰ ਮੈਂ ਉਦੋਂ ਹੀ ਡਿਸਾਈਡ ਕੀਤਾ ਸੀਗਾ ਕਿ ਜਦੋਂ ਮੈਂ ਕੈਨੇਡਾ ਪਹੁੰਚ ਗਿਆ, ਮੈਂ ਫਿਰ ਇੱਕ ਵੀਡੀਓ ਬਣਾਊਂਗਾ ਜਿਹਦੇ 'ਚ ਮੈਂ ਦੱਸਾਂਗਾ ਕਿ ਮੈਂ ਕਿੱਦਾਂ ਆਇਆ, ਸਾਰੀ ਦੱਸਾਂ। ਸੋ 2013 'ਚ ਫਿਰ ਪਰਮਾਤਮਾ ਨੇ ਕਿਰਪਾ ਕੀਤੀ, ਔਰ ਮੈਂ 2013 'ਚ ਸਿੰਗਾਪੁਰ ਤੋਂ ਮਾਈਗ੍ਰੇਟ ਕਰਕੇ ਮੈਂ ਕੈਨੇਡਾ ਪਹੁੰਚਿਆ ਐਜ਼ ਏ ਲੌਂਗ ਹੌਲ ਟਰੱਕ ਡਰਾਈਵਰ। ਤੇ ਉੱਥੇ ਜਾ ਕੇ ਫਿਰ ਮੈਂ ਜਿਹੜਾ ਇੱਕ ਵੀਡੀਓ ਬਣਾਇਆ, ਉਹਦੇ ਬਾਅਦ ਫਿਰ ਸਾਰਾ ਇਹ ਜਿਹੜਾ ਨਾ ਸਭ ਕੁਝ ਚੇਂਜ ਹੋ ਗਿਆ। ਇੱਕ ਤੁਹਾਡੀ ਜ਼ਿੰਦਗੀ ਦਾ ਜਿਹੜਾ ਮੇਨ ਹਿੱਸਾ ਉਹ ਅਸੀਂ ਸਕਿਪ ਕਰ ਗਏ ਹਾਂ। ਆਪਣੀ ਮੈਰਿਡ ਲਾਈਫ ਬਾਰੇ ਉਹ ਦੱਸੋ ਕਿ ਕਦੋਂ ਤੁਹਾਡੀ ਮੈਰਿਜ ਹੋਈ ਤੇ ਉਹ ਕਿੱਥੇ ਤੁਹਾਡੀ ਜਿਹੜੀ ਮੈਰਿਜ ਹੋਈ ਉਹਦੇ ਬਾਰੇ ਜਾਣਕਾਰੀ ਦਿਓ। ਮੇਰੀ ਮੈਰਿਜ 2006 ਵਿੱਚ ਹੋਈ ਹੈ, ਔਰ ਮੇਰੇ ਜੋ ਵਾਈਫ ਨੇ ਉਹਨਾਂ ਦਾ ਨਾਮ ਹੈ ਨਰਿੰਦਰ ਕੌਰ ਜੀ। ਔਰ ਮੈਨੂੰ ਲੱਗਦਾ ਹੈ ਕਿ ਅਗਰ ਉਹਨਾਂ ਦੇ ਵਾਸਤੇ ਮੈਂ ਕੋਈ ਦੇਵੀ ਅਕਸ਼ਰ ਯੂਜ਼ ਕਰਾਂ ਤਾਂ ਉਹ ਜ਼ਿਆਦਾ ਬੈਟਰ ਹੈ, ਕਿਉਂਕਿ ਇੰਨੀ ਨਾਈਸ, ਇੰਨੀ ਹੰਬਲ ਲੇਡੀ ਮੈਂ ਦੁਨੀਆ 'ਤੇ ਕੋਈ ਨਹੀਂ ਦੇਖੀ। ਠੀਕ ਹੈ ਜੀ। ਔਰ ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ, ਉਹ ਬਹੁਤ ਨੋਰਮਲ ਜੀ ਫੈਮਿਲੀ ਤੋਂ ਆਉਂਦੇ ਨੇ, ਲੇਕਿਨ ਇੱਕ ਬਿਲਕੁਲ ਮਤਲਬ ਕੰਪਲੀਟਲੀ ਡਿਫਰੈਂਟ ਓਪੋਜ਼ਿਟ ਨੇ। ਉਹਨਾਂ ਮੇਰੀ ਪੜ੍ਹਾਈ ਲਿਖਾਈ ਤੋਂ, ਸਾਡੇ ਪਰਿਵਾਰ ਦੇ ਸੈਟਅਪ ਤੋਂ ਜਾਂ ਉਹਨਾਂ ਦੇ ਪਰਿਵਾਰ ਦੇ ਸੈਟਅਪ ਤੋਂ, ਜਿਹੜੇ ਲੋਕ ਉਹਨਾਂ ਨੂੰ ਕਿਸੇ ਟਾਈਮ ਮਜ਼ਾਕ ਕਰਦੇ ਸੀ ਕਿ ਤੂੰ ਕਿੱਥੇ ਚਲੀ ਜਾਏਂਗੇ ਕੈਨੇਡਾ, ਅੱਜ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਜੀਜਾ ਜੀ ਨਾਲ ਗੱਲ ਕਰਾਓ, ਸਾਡਾ ਪਤਾ ਕਰਨ, ਸਾਡੀ ਵੀ ਹੈਲਪ ਕਰ ਦੇਣ। ਸੋ ਟਾਈਮ ਹੁੰਦਾ, ਤੁਸੀਂ ਅੱਜ ਕਿਸੇ ਦੇ ਨਾਲ ਮਜ਼ਾਕ ਕਰ ਰਹੇ ਹੋ ਔਰ ਕੱਲ੍ਹ ਨੂੰ ਉਹੀ ਤੁਹਾਨੂੰ ਉਹਦੀ ਦੀ ਹੈਲਪ ਲੈਣੀ ਪੈ ਜਾਂਦੀ। ਬਿਲਕੁਲ। ਸੋ ਨਰਿੰਦਰ ਨਾਲ ਮੇਰੀ ਮੈਰਿਜ 2006 'ਚ ਹੋਈ ਹੈ ਜੀ, ਔਰ 2007 'ਚ ਮੇਰੀ ਗੁੜੀਆ ਜੋ ਹੈ ਉਹ ਰੋਮਾ, ਰਸ਼ਮੀਤ ਕੌਰ ਉਹਨਾਂ ਦਾ ਨਾਮ ਹੈ, ਉਹ ਬੇਟੀ ਪਰਮਾਤਮਾ ਨੇ ਦਿੱਤੀ ਹੈ। ਮੈਂ ਸਿੰਗਾਪੁਰ ਸੀਗਾ, ਮੇਰੇ ਸਿੰਗਾਪੁਰ ਪਹਿਲੀ ਵਾਰ ਜਾਣ ਤੋਂ ਕਰੀਬ 10-12 ਦਿਨ ਬਾਅਦ ਮੇਰੇ ਬੇਟੇ ਦਾ ਜਨਮ ਹੋਇਆ। ਉਹਨੂੰ ਮੈਂ ਕਰੀਬ 2 ਸਾਲ ਬਾਅਦ ਆ ਕੇ ਦੇਖਿਆ ਸੀਗਾ। ਅੱਛਾ। ਹਾਂ। ਸੋ 2018 ਤੱਕ, ਅਗਰ 2006 ਤੋਂ ਲੈ ਕੇ 2018 ਤੱਕ ਮਤਲਬ ਜਿਹੜੀ ਮੇਰੀ ਮੈਰਿਡ ਲਾਈਫ ਹੈ ਉਹਦੇ ਵਿੱਚ ਹਾਰਡਲੀ ਮੈਨੂੰ ਲੱਗਦਾ ਕਿ ਮੈਂ 3 ਸਾਲ ਜਿਹੜਾ ਕਰ ਰਿਹਾ, ਇੰਨੀ ਮਤਲਬ ਜੋ ਹੈ ਸਟਰਗਲ ਰਹੀ ਹੈ ਜ਼ਿੰਦਗੀ 'ਚ। ਸੋ ਉਹ ਘਰ ਸੀਗੀ, ਔਰ ਮੈਂ ਜੋਬ 'ਤੇ ਸਾਲ 'ਚ ਕਦੇ 1-2 ਮਹੀਨੇ ਆਉਣਾ, ਫਿਰ ਚਲੇ ਜਾਣਾ, ਫਿਰ ਆਉਣਾ, ਫਿਰ ਚਲੇ ਜਾਣਾ।
ਸੋ ਫਾਈਨਲੀ 2018 ਚ ਮੇਰੀ ਪੀਆਰ ਹੋਈ ਹੈ ਕੈਨੇਡਾ ਤੋਂ ਤੇ ਉਹ 2018 ਚ ਫਿਰ ਮੈਂ ਉਹਨਾਂ ਨੂੰ ਕੈਨੇਡਾ ਨਾਲ ਲੈ ਕੇ ਗਿਆ। ਹੁਣ ਬੱਚੇ ਵਾਈਫ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਔਰ ਪਹਿਲੀ ਵਾਰ ਜੋ ਹੈ ਉਹ ਅਸੀਂ ਇੰਡੀਆ ਜੋ ਹੈ ਉਹ ਆਏ ਹੋਏ ਹਾਂ ਇਸ ਟਾਈਮ। ਸੁਰੰਦਾਵਾ ਸਾਹਿਬ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਤੱਥ ਹਜੇ ਹੋਰ ਵੀ ਬਹੁਤ ਪਏ ਨੇ, ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਵੀ ਬਹੁਤ ਕਰਨੀਆਂ ਜੀ। ਸੋ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੇ ਕਿ ਅਸੀਂ ਇੱਥੇ ਹੀ ਸਮਾਪਤੀ ਕਰਾਂਗੇ ਤੇ ਹਰਨੇਕ ਰੰਧਾਵਾ ਨਾਲ ਜੁੜੇ ਹੋਏ ਉਹ ਤੱਥ ਜਿਨ੍ਹਾਂ ਨੂੰ ਤੁਸੀਂ ਜਾਣ ਕੇ ਆਪਣੀ ਜ਼ਿੰਦਗੀ ਬਦਲ ਸਕਦੇ ਹੋ, ਜਿਨ੍ਹਾਂ ਨੂੰ ਸਮਝ ਕੇ ਤੁਸੀਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਿਹੜਾ ਆਪਣਾ ਸੈਟਅਪ ਕਰ ਸਕਦੇ ਹੋ। ਸੋ ਜੁੜੇ ਰਹੋ ਸਾਡੇ ਚੈਨਲ ਨਾਲ। ਅਗਲੇ ਹਫਤੇ ਫਿਰ ਤੁਹਾਨੂੰ ਅਸੀਂ ਹਰਨੇਕ ਰੰਧਾਵਾ ਜੀ ਦੇ ਸਨਮੁਖ ਕਰਾਂਗੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਜ਼ਿੰਦਗੀ ਦੇ ਹੋਰ ਤੱਥ ਆ ਜਿਹੜੇ ਜਾਣਾਂਗੇ। ਇਸ ਵਾਰ ਸਾਨੂੰ ਦਿਓ ਇਜਾਜ਼ਤ। ਧੰਨਵਾਦ।